ਹੈਲੋ ਫਰੈਂਡ, ਵੈਲਕਮ ਟੂ ਕੁੱਬਾ ਲਰਨੋਲਜੀ ਫ੍ਰੀ ਐਜੂਕੇਸ਼ਨਲ ਚੈਨਲ। ਸਟੂਡੈਂਟਸ, ਜਿੱਦਾਂ ਕਿ ਤੁਸੀਂ ਪੰਜਾਬ ਵਿੱਚ ਨਿਕਲੀਆਂ ਹੋਈਆਂ ਵੱਖ-ਵੱਖ ਅਸਾਮੀਆਂ ਦੀ ਤਿਆਰੀਆਂ ਕਰ ਰਹੇ ਹੋ, ਸੋ ਵਿਦਿਆਰਥੀ ਸਾਥੀਓ, ਚਾਹੇ ਉਹ PSSB ਦੇ ਅਧੀਨ ਹੋਣ ਜਾਂ ਐਜੂਕੇਸ਼ਨ ਡਿਪਾਰਟਮੈਂਟ ਜਿਵੇਂ ਕਿ ਹਿਸਟਰੀ ਲੈਕਚਰਰ, ਮਾਸਟਰ ਕੈਡਰ SST, NTT ਦੀਆਂ ਆਉਣ ਵਾਲੀਆਂ ਪੋਸਟਾਂ ਜਾਂ ETT ਦੀਆਂ ਜੋ 994 ਆਉਣ ਵਾਲੀਆਂ ਪੋਸਟਾਂ ਨੇ ਉਹਨਾਂ ਦੀ ਤਿਆਰੀ ਕਰ ਰਹੇ ਹੋ। ਸੋ ਵਿਦਿਆਰਥੀ ਸਾਥੀਓ, ਇਹ ਅੱਜ ਦਾ ਸਾਡਾ ਲੈਕਚਰ ਚੌਥਾ ਲੈਕਚਰ ਹੋਣ ਜਾ ਰਿਹਾ ਹੈ। ਬੰਗਾਲ ਅਤੇ ਮੈਸੂਰ ਦੇ ਬਾਰੇ ਵਿੱਚ ਅੱਜ ਅਸੀਂ ਜਾਣਾਂਗੇ, ਜੋ ਕਿ ਮਾਡਰਨ ਹਿਸਟਰੀ ਦਾ ਇੱਕ ਪਾਰਟ ਹੈ, ਭਾਵ ਕਿ ਆਧੁਨਿਕ ਭਾਰਤ ਦੇ ਇਤਿਹਾਸ ਦਾ। ਸੋ ਆਓ ਵਿਦਿਆਰਥੀ ਸਾਥੀਓ, ਅੱਜ ਆਪਾਂ ਸ਼ੁਰੂਆਤ ਕਰਦੇ ਹਾਂ। ਸਾਡਾ ਅੱਜ ਦਾ ਪਹਿਲਾ ਪ੍ਰਸ਼ਨ ਹੈ, ਪਲਾਸੀ ਯੁੱਧ ਤੋਂ ਬਾਅਦ ਬੰਗਾਲ ਦਾ ਨਵਾਬ ਕਿਸ ਨੂੰ ਬਣਾਇਆ ਗਿਆ। ਠੀਕ ਹੈ, ਪਹਿਲਾਂ ਤਾਂ ਆਪਾਂ ਪੜ੍ਹਿਆ ਕਿ ਪਲਾਸੀ ਯੁੱਧ ਜਿਹੜਾ ਸੀਗਾ ਕਿਸ ਦੇ ਵਿਚਕਾਰ ਹੋਇਆ ਸੀ। ਠੀਕ ਹੈ, ਆਪਾਂ ਨੂੰ ਪਤਾ ਕਿ ਸਿਰਾਜੂਦੌਲਾ ਤੇ ਅੰਗਰੇਜ਼ਾਂ ਦੇ ਵਿਚਕਾਰ ਹੋਇਆ ਸੀ। ਤੇ ਹੁਣ ਜੇਕਰ ਗੱਲ ਕਰੀਏ ਤਾਂ ਇਸ ਤੋਂ ਬਾਅਦ ਯੁੱਧ ਦੇ ਹਾਰਨ ਤੋਂ ਬਾਅਦ ਅੰਗਰੇਜ਼ ਜਿਹੜੇ ਨੇ ਜਿੱਤ ਗਏ ਸੀ, ਤਾਂ ਇੱਥੇ ਕੌਣ ਸੀਗਾ, ਜਿਹੜਾ ਸਿਰਾਜੂਦੌਲਾ ਸੀ, ਮਾਰਿਆ ਗਿਆ ਸੀ। ਤਾਂ ਉਸ ਤੋਂ ਬਾਅਦ ਜਿਹੜਾ ਬੰਗਾਲ ਦਾ ਨਵਾਬ ਕਿਸ ਨੂੰ ਬਣਾਇਆ ਗਿਆ ਸੀ, ਤਾਂ ਇਹਦਾ ਰਾਈਟ ਆਨਸਰ ਆਪਣੇ ਕੋਲੇ ਆ ਜਾਏਗਾ ਬੀ, ਮੀਰ ਜਾਫਰ। ਠੀਕ ਹੈ, ਇਹ ਕੌਣ ਸੀ, ਇਹ ਗਦਾਰ ਸੀਗਾ ਜਿਸ ਨੇ ਕਿ ਅੰਗਰੇਜ਼ਾਂ ਨੂੰ ਆਪਣੇ ਇਲਾਕੇ ਦੇ ਦਿੱਤੇ ਸਨ। ਮੰਨਿਆ ਜਾਂਦਾ ਕਿ 24 ਪਰਗਨੇ, ਠੀਕ ਹੈ, 24 ਪਰਗਨੇ ਜਿਹੜੇ ਨੇ ਇਸ ਨੇ ਅੰਗਰੇਜ਼ਾਂ ਨੂੰ ਦੇ ਦਿੱਤੇ ਸੀ। ਆਪਣਾ ਦੀਵਾਨੀ ਜਿਹੜਾ ਅਧਿਕਾਰ ਹੈ ਉਹ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤਾ ਸੀ ਕਿ ਅੰਗਰੇਜ਼ ਜਿਹੜੇ ਨੇ ਉੱਥੋਂ ਕਰ ਜਾਂ ਟੈਕਸ ਜਿਹੜਾ ਨੇ ਵਸੂਲ ਸਕਦੇ ਹਨ। ਸੋ ਆਓ ਵਿਦਿਆਰਥੀਓ, ਆਪਾਂ ਅੱਜ ਦਾ ਸਾਡਾ ਸੈਕੰਡ ਕੁਐਸਚਨ ਪੜ੍ਹਦੇ ਹਾਂ। ਸਾਡੇ ਕੋਲੇ ਦੂਜਾ ਪ੍ਰਸ਼ਨ ਹੈ ਅੱਜ ਦਾ, ਲਾਰਡ ਕਲਾਈਵ ਨੇ ਕਿਹੜਾ ਯੁੱਧ ਜਿੱਤਿਆ ਸੀ। ਠੀਕ ਹੈ, ਲਾਰਡ ਕਲਾਈਵ ਨੇ ਕਿਹੜਾ ਯੁੱਧ ਜਿੱਤਿਆ ਸੀ। ਸਾਡੇ ਕੋਲੇ ਆਪਸ਼ਨਾਂ ਨੇ, A ਹੈ ਆਪਸ਼ਨ ਪਹਿਲਾ ਕਰਨਾਟਕ ਯੁੱਧ, B ਹੈ ਬਕਸਰ ਯੁੱਧ, C ਹੈ ਪਲਾਸੀ ਯੁੱਧ ਤੇ D ਹੈ ਉਪਰੋਕਤ ਸਾਰੇ। ਦੇਖੋ, ਸਾਰੇ ਤਾਂ ਹੋ ਨਹੀਂ ਸਕਦਾ, ਠੀਕ ਹੈ, ਕਿਉਂਕਿ ਇਹਨਾਂ ਦਾ ਟਾਈਮ ਪੀਰੀਅਡ ਵੀ ਅਲੱਗ-ਅਲੱਗ ਸੀਗਾ ਤੇ ਲਾਰਡ ਕਲਾਈਵ ਹੈ ਜਿਹੜਾ ਉਹ ਵੀ ਅਲੱਗ-ਅਲੱਗ ਸਮੇਂ ਭਾਰਤ ਦੇ ਵਿੱਚ ਐਂਟਰ ਹੁੰਦਾ। ਦੇਖੋ, ਪਹਿਲਾਂ ਵੀ ਆਉਂਦਾ, ਉਸ ਤੋਂ ਬਾਅਦ ਦੇ ਵਿੱਚ ਵੀ ਆਉਂਦਾ। ਠੀਕ ਹੈ, ਇਸ ਦਾ ਰੋਲ ਜਿਹੜਾ 1765 ਤੋਂ ਵੀ ਸ਼ੁਰੂਆਤੀ ਇਹਦੀ ਦੁਬਾਰਾ ਫਿਰ ਹੋ ਜਾਂਦੀ ਹੈ। ਠੀਕ ਹੈ, ਤਾਂ ਜੇਕਰ ਹੁਣ ਇਹਦੀ ਗੱਲ ਕਰੀਏ ਆਪਣੇ ਕੋਲੇ ਤਾਂ ਪਲਾਸੀ ਦੇ ਯੁੱਧ ਦੇ ਸਮੇਂ, ਠੀਕ ਹੈ, ਤਾਂ ਲਾਰਡ ਕਲਾਈਵ ਨੇ ਜਿਹੜਾ ਪਲਾਸੀ ਦਾ ਯੁੱਧ ਜਿੱਤਿਆ ਸੀ। ਹੁਣ ਦੇਖੋ, ਮੈਂ ਤੁਹਾਨੂੰ ਇੱਕ ਟ੍ਰਿਕ ਦੇ ਨਾਲ ਯਾਦ ਕਰਾਉਣਾ ਇਹਦਾ, ਤਾਂ ਕੱਕੇ ਲੱਲੇ ਤੋਂ ਯਾਦ ਰੱਖ ਲਿਓ, ਇਧਰੋਂ ਪੱਪੇ ਲੱਲੇ ਤੋਂ। ਠੀਕ ਹੈ, ਤਾਂ ਕਲ ਤੇ ਪਲ ਯਾਦ ਰੱਖ ਲਿਓ, ਕਲ ਤੇ ਪਲ। ਤਾਂ ਇਹ ਜਿਹੜਾ ਇਸ ਤਰ੍ਹਾਂ ਅਟੈਚਮੈਂਟ ਨਾਲ ਤੁਸੀਂ ਯਾਦ ਰੱਖ ਸਕਦੇ ਹੋ ਕਿ ਜਿਹੜਾ ਪਲਾਸੀ ਦਾ ਯੁੱਧ ਸੀਗਾ ਲਾਰਡ ਕਲਾਈਵ ਦੇ ਦੁਆਰਾ ਅੰਗਰੇਜ਼ਾਂ ਦੇ ਵੱਲੋਂ ਕੀ ਸੀ, ਜਿੱਤਿਆ ਗਿਆ। ਹੁਣ ਯਾਦ ਰੱਖਣਾ ਹੋਵੇ ਜੇਕਰ ਬਕਸਰ ਦਾ, ਤਾਂ ਹੁਣ ਇੱਥੇ ਯਾਦ ਰੱਖਾਂਗੇ ਆਪਾਂ ਲਾਰਡ ਕਿਹੜਾ ਸੀ, ਮੁਨਰੋ। ਠੀਕ ਹੈ, ਮੁਨਰੋ। ਹੁਣ ਰਾਰੇ ਤੋਂ ਯਾਦ ਰੱਖ ਲਿਓ, ਮੁਨਰੋ ਦੇ ਲਾਸਟ 'ਚ ਵੀ ਰਾਰਾ ਆਪਣੇ ਕੋਲੇ ਤੇ ਬਕਸਰ ਦੇ ਵੀ ਲਾਸਟ 'ਚ ਰਾਰਾ। ਤਾਂ ਉਧਰੋਂ ਅੰਗਰੇਜ਼ਾਂ ਦੀ ਤਰਫੋਂ ਕੌਣ ਆਉਂਦਾ ਬਕਸਰ ਦੇ ਯੁੱਧ ਸਮੇਂ, ਜੋ ਕਿ 1764 ਈਸਵੀ ਦੇ ਵਿੱਚ ਲੜਿਆ ਗਿਆ ਸੀ। ਤਾਂ ਕੌਣ ਆਉਂਦਾ ਉਧਰੋਂ, ਲਾਰਡ ਮੁਨਰੋ। ਤੇ ਪਲਾਸੀ ਦਾ ਯੁੱਧ ਜਿਹੜਾ ਇਹ ਹੋਇਆ ਸੀ 1757 ਈਸਵੀ ਦੇ ਵਿੱਚ। ਤਾਂ ਵਿਦਿਆਰਥੀ ਸਾਥੀਓ, ਸਾਡੇ ਕੋਲੇ ਥਰਡ ਪ੍ਰਸ਼ਨ ਹੈ ਅੱਜ ਦਾ, ਪਲਾਸੀ ਕਿਸ ਨਦੀ ਦੇ ਕਿਨਾਰੇ ਤੇ ਹੈ। ਹੁਣ ਦੇਖੋ, ਨਦੀਆਂ ਦੋਵੇਂ ਨੇ ਜਿਹੜੀਆਂ ਵੈਸਟ ਬੰਗਾਲ 'ਚ ਹੀ ਵਹਿੰਦੀਆਂ ਨੇ, ਪਰ ਪਲਾਸੀ ਪੁੱਛਿਆ ਉਹਨਾਂ ਨੇ ਕਿ ਪਲਾਸੀ ਦਾ ਜਿਹੜਾ ਮੈਦਾਨ ਸੀ ਜਾਂ ਜਗ੍ਹਾ ਸੀਗੀ ਉਹ ਕਿਹੜੀ ਨਦੀ ਦੇ ਕਿਨਾਰੇ ਸੀ। ਆਪਸ਼ਨ ਆਪਣੇ ਕੋਲੇ A ਤੇ ਆ ਹੁਗਲੀ, B ਤੇ ਆ ਭਾਗੀਰਥ, C ਤੇ ਆ ਦਮੋਦਰ ਤੇ D ਤੇ ਆ ਬਰਾਕਰ ਨਦੀ। ਤਾਂ ਦੇਖੋ ਵਿਦਿਆਰਥੀ ਸਾਥੀਓ, ਸਾਡੀ ਜੋ ਰਾਈਟ ਆਪਸ਼ਨ ਹੋਣ ਵਾਲੀ ਹੈ ਭਾਗੀਰਥੀ। ਠੀਕ ਹੈ, ਤਾਂ ਜੇਕਰ ਮੈਂ ਹੁਗਲੀ ਦੀ ਗੱਲ ਕਰਾਂ ਤਾਂ ਜਿਹੜਾ ਕਲਕੱਤਾ ਮੌਜੂਦਾ ਸਮੇਂ 'ਚ ਕੀ ਹੈ, ਵੈਸਟ ਬੰਗਾਲ ਦੀ ਰਾਜਧਾਨੀ ਹੈ। ਠੀਕ ਹੈ, ਪੱਛਮੀ ਬੰਗਾਲ ਜਿੱਥੇ ਕਿ ਚਾਵਲਾਂ ਦੇ ਲਈ ਵੀ ਫੇਮਸ ਹੈ। ਪੱਛਮੀ ਬੰਗਾਲ ਸਭ ਤੋਂ ਜ਼ਿਆਦਾ ਜਿਹੜਾ ਭਾਰਤ ਦਾ ਚਾਵਲ ਦੀ ਜਿਹੜੀ ਪੈਦਾਵਾਰ ਹੈ ਪੱਛਮੀ ਬੰਗਾਲ 'ਚ ਹੁੰਦੀ ਹੈ। ਤਾਂ ਹੁਣ ਦੇਖੋ, ਕਲਕੱਤਾ ਜਿਹੜਾ ਉਹ ਹੈਗਾ ਹੁਗਲੀ ਨਦੀ ਦੇ ਕਿਨਾਰੇ ਤੇ ਜਿਹੜਾ ਪਲਾਸੀ ਦਾ ਜਗ੍ਹਾ ਹੈ, ਪਲਾਸੀ ਦਾ ਜਿਹੜਾ ਯੁੱਧ ਲੜਿਆ ਗਿਆ ਸੀ ਤੇ ਪਲਾਸੀ ਦਾ ਮੈਦਾਨ ਹੈ ਜਿਹੜਾ ਉਹ ਕਿੱਥੇ ਹੈ, ਭਾਗੀਰਥ ਨਦੀ ਦੇ ਕਿਨਾਰੇ। ਤਾਂ ਨੈਕਸਟ ਵਿਦਿਆਰਥੀ ਸਾਥੀਓ, ਆਪਣੇ ਕੋਲੇ ਅੱਜ ਦਾ ਪ੍ਰਸ਼ਨ ਹੈ ਚੌਥਾ, ਬਲੈਕ ਹੋਲ ਟ੍ਰੈਜੇਡੀ ਕਦੋਂ ਹੋਈ ਸੀ। ਠੀਕ ਹੈ, ਪਹਿਲਾਂ ਤਾਂ ਜਾਣੀਏ ਕਿ ਬਲੈਕ ਹੋਲ ਟ੍ਰੈਜੇਡੀ ਕੀ ਸੀਗੀ। ਤਾਂ ਮੰਨਿਆ ਜਾਂਦਾ ਕਿ ਜਿਹੜਾ ਸਿਰਾਜੂਦੌਲਾ ਸੀ, ਠੀਕ ਹੈ, ਸਿਰਾਜੂਦੌਲਾ ਪਲਾਸੀ ਦੀ ਲੜਾਈ ਵਾਲਾ, ਠੀਕ ਹੈ, ਇਹਨੇ ਕੀ ਕੀਤਾ, ਕਲਕੱਤੇ ਤੇ ਅਧਿਕਾਰ ਕਰਕੇ ਜਿਹੜਾ ਫੋਰਟ ਸੀ ਉੱਥੇ ਸੀਗਾ, ਫੋਰਟ ਯਾਨੀ ਕਿ ਕਿਲਾ ਸੀ ਵਿਲੀਅਮ, ਉਹਦੇ ਉੱਪਰ ਆਪਣਾ ਅਧਿਕਾਰ ਕਰ ਲਿਆ। ਅਧਿਕਾਰ ਕਰਨ ਤੋਂ ਬਾਅਦ ਕੀ ਕਰਦਾ, ਇੱਥੇ ਬਲੈਕ ਹੋਲ ਟ੍ਰੈਜੇਡੀ ਹੁੰਦੀ ਹੈ, ਮਤਲਬ ਇੱਕ ਘਟਨਾ ਵਾਪਰਦੀ ਆ। ਇਹ ਫੋਰਟ ਵਿਲੀਅਮ ਕਿਲੇ ਨੂੰ ਆਪਣੇ ਅਧੀਨ ਕਰਕੇ ਉਹਦਾ ਨਾਮ ਰੱਖ ਦਿੰਦਾ ਅਲੀ ਨਗਰ। ਠੀਕ ਹੈ, ਅਲੀ ਨਗਰ ਆਪਣੇ ਨਾਨੇ ਦੇ ਨਾਮ ਤੇ, ਅਲਵਰਦੀ ਖਾਨ ਜਿਹੜਾ ਸੀ
ਸਿਰਾਜੂਦੋਲਾ ਦਾ ਨਾਨਾ ਸੀ, ਉਹਦੇ ਨਾਮ ਤੇ ਇਹ ਕਿਲੇ ਦਾ ਨਾਮ ਜਿਹੜਾ ਬਦਲ ਦਿੱਤਾ ਜਾਂਦਾ, ਅਲੀ ਨਗਰ ਰੱਖ ਦਿੱਤਾ ਜਾਂਦਾ। ਤਾਂ ਹੁਣ ਜੇਕਰ ਗੱਲ ਕਰੀਏ ਕਿ ਇਹ ਬਲੈਕ ਹੋਲ ਟ੍ਰੈਜਡੀ ਹੈਗੀ ਕੀ ਸੀ, 146 ਇਹਦੇ ਅੰਦਰ ਬੰਦੇ ਸੀਗੇ, ਠੀਕ ਹੈ, ਕਿਲੇ ਦੇ। ਤਾਂ ਉੱਥੇ ਕੀ ਹੈ 123 ਜਿਹੜੇ ਨੇ ਮਾਰ ਦਿੱਤੇ ਜਾਂਦੇ ਨੇ, ਤਾਂ 23 ਜਿਹੜੇ ਨੇ ਬਚ ਜਾਂਦੇ ਨੇ। ਆਪਾਂ ਲੈਕਚਰ 3rd ਦੇ ਵਿੱਚ ਇਹਦੇ ਬਾਰੇ ਚੰਗੀ ਤਰ੍ਹਾਂ ਜਾਣ ਚੁੱਕੇ ਹਾਂ। ਤਾਂ ਜਿਹੜਾ ਇਹਦਾ ਰਾਈਟ ਆਨਸਰ ਬਣਦਾ ਉਹ ਆਪਣੇ ਕੋਲੇ 20 ਜੂਨ 1756 ਨੂੰ ਹੋਈ ਸੀ। ਤਾਂ ਹੁਣ ਜੇਕਰ ਗੱਲ ਕਰੀਏ ਕਿ ਬਾਹਰ ਆ ਕੇ ਇਨਫੋਰਮੇਸ਼ਨ ਕਿੰਨੇ ਦਿੱਤੀ ਸੀਗੀ, ਪੇਪਰ ਵਿੱਚ ਪੁੱਛ ਸਕਦੇ ਆ ਕਿ ਬਲੈਕ ਹੋਲ ਟ੍ਰੈਜਡੀ ਦੀ ਆਪਸ਼ਨ ਜਿਹੜੀ ਇਨਫੋਰਮੇਸ਼ਨ ਸੀਗੀ ਉਹ ਕਿੰਨੇ ਦਿੱਤੀ ਸੀਗੀ, ਮਤਲਬ ਉਹ 23 ਦੇ ਵਿੱਚੋਂ ਹੀ ਇੱਕ ਬੰਦਾ ਜਿਹੜਾ ਸੀ ਹਾਲਵੇਲ, ਉਹ ਬੰਦਾ ਬਾਹਰ ਆਉਂਦਾ ਤੇ ਬਾਹਰ ਆ ਕੇ ਦੱਸਦਾ ਕਿ ਅੰਦਰ ਜਿਹੜੇ ਨੇ 123 ਬੰਦਿਆਂ ਨੂੰ ਸਿਰਾਜੂਦੋਲਾ ਦੇ ਦੁਆਰਾ ਮਰਵਾ ਦਿੱਤਾ ਜਾਂਦਾ। ਟੋਟਲ ਬੰਦੇ ਸੀਗੇ 146 ਤੇ 23 ਬਚਦੇ ਨੇ। ਹਾਲਵੇਲ ਜਿਹੜਾ ਸੀ ਉਹਨਾਂ 23 ਦੇ ਵਿੱਚੋਂ ਕੀ ਸੀਗਾ, ਇੱਕ ਸੀਗਾ। ਤਾਂ ਨੈਕਸਟ ਹੈ ਵਿਦਿਆਰਥੀ ਸਾਥੀਓ ਆਪਣੇ ਕੋਲੇ 5ਵਾਂ ਪ੍ਰਸ਼ਨ, ਬੰਗਾਲ ਦੇ ਕਿਸ ਨਵਾਬ ਨੇ ਅੰਗਰੇਜ਼ਾਂ ਦੀ ਤੁਲਨਾ ਮਧੂਮੱਖੀਆਂ ਨਾਲ ਕੀਤੀ ਸੀ। ਹੁਣ ਉਹ ਬੰਗਾਲ ਦਾ ਇੱਕ ਨਵਾਬ ਸੀ ਜਿਹੜਾ ਕਹਿੰਦਾ ਸੀ ਅੰਗਰੇਜ਼ ਜਿਹੜੇ ਨੇ ਮਧੂਮੱਖੀ ਦੀ ਤਰ੍ਹਾਂ, ਮਤਲਬ ਕਿ ਸ਼ਾਇਦ ਇਕੱਠਾ ਕਰਨ ਲਈ ਆਪ ਇਕੱਠੇ ਹੋ ਜਾਂਦੇ ਨੇ, ਠੀਕ ਹੈ। ਤਾਂ ਜਦੋਂ ਛੱਤਾ ਜਿਹੜਾ ਇਕੱਠਾ ਕਰਦੇ ਨੇ ਤਾਂ ਫਿਰ ਉਹ ਆਪ ਹੀ ਜਿਵੇਂ ਮੱਖੀਆਂ ਜਿਹੜੀਆਂ ਨੇ ਚੂਸ ਜਾਂਦੀਆਂ ਨੇ, ਠੀਕ ਹੈ। ਤਾਂ ਉਹ ਵੀ ਕੀ ਹੈ, ਮੱਖੀਆਂ ਦੀ ਤਰ੍ਹਾਂ ਅੰਗਰੇਜ਼ ਜਿਹੜੇ ਨੇ ਇੱਕ ਜਗ੍ਹਾ ਦੇ ਉੱਪਰ ਇਕੱਠੇ ਹੁੰਦੇ ਨੇ, ਅਧਿਕਾਰ ਸਥਾਪਿਤ ਕਰਦੇ ਨੇ, ਉੱਥੋਂ ਫਿਰ ਚੂਸ ਕੇ ਜਿਹੜਾ ਪੈਸਾ ਹੈ ਉਹ ਕਿੱਥੇ ਸੱਟਦੇ ਨੇ, ਇੰਗਲੈਂਡ ਲਿਜਾ ਕੇ। ਤਾਂ ਹੁਣ ਅੰਗਰੇਜ਼ਾਂ ਦੀ ਤੁਲਨਾ ਮਧੂਮੱਖੀਆਂ ਨਾਲ ਕਰਨ ਵਾਲਾ ਕਿਹੜਾ ਨਵਾਬ ਸੀ ਬੰਗਾਲ ਦਾ? ਏ ਤੇ ਆਪਣੇ ਕੋਲੇ ਆਪਸ਼ਨ ਮੁਰਸ਼ਿਦ ਕੁਲੀ ਖਾਨ, ਬੀ ਤੇ ਅਲਵਰਦੀ ਖਾਨ, ਸੀ ਤੇ ਆ ਸਿਰਾਜੂਦੋਲਾ ਤੇ ਡੀ ਤੇ ਆ ਮੀਰ ਜਾਫਰ। ਤਾਂ ਇਹ ਕਿਸ ਨੇ ਕਿਹਾ ਸੀਗਾ? ਬੀ ਆਪਸ਼ਨ ਜਿਹੜੀ ਆਪਣੀ ਰਾਈਟ ਹੋ ਜਾਏਗੀ, ਅਲਵਰਦੀ ਖਾਨ। ਤਾਂ ਅਲਵਰਦੀ ਖਾਨ ਦੀ ਜੇਕਰ ਗੱਲ ਕਰੀਏ ਤਾਂ ਇਹ ਕਿੰਨਾ ਸਮਾਂ ਜਿਹੜਾ ਨਵਾਬ ਰਿਹਾ ਸੀਗਾ, ਤਾਂ ਇਹ ਰਿਹਾ ਸੀਗਾ 1740 ਤੋਂ ਲੈ ਕੇ 1756 ਤੱਕ। ਤਾਂ 1756 'ਚ ਫਿਰ ਇਹ ਕੀ ਕਰਦਾ, ਸਿਰਾਜੂਦੋਲਾ ਨੂੰ ਨਵਾਬ ਬਣਾ ਦਿੰਦਾ, ਜੋ ਕਿ ਅੱਗੇ ਜਾ ਕੇ ਕੀ ਕਰਦਾ, ਪਲਾਸੀ ਦੀ ਲੜਾਈ ਲੜਦਾ ਅੰਗਰੇਜ਼ਾਂ ਦੇ ਨਾਲ। ਨੈਕਸਟ ਹੈ ਵਿਦਿਆਰਥੀ ਸਾਥੀਓ ਆਪਣੇ ਕੋਲੇ ਅੱਜ ਦਾ 6ਵਾਂ ਪ੍ਰਸ਼ਨ ਹੈ, ਬਕਸਰ ਯੁੱਧ ਵਿੱਚ ਅੰਗਰੇਜ਼ਾਂ ਦਾ ਨੇਤਰਤਵ ਕੌਣ ਕਰ ਰਿਹਾ ਸੀ? ਆਪਾਂ ਇਸ ਦੇ ਬਾਰੇ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਤਾਂ ਏ ਤੇ ਆਪਣੇ ਕੋਲੇ ਆਪਸ਼ਨ ਕਲਾਈਵ, ਬੀ ਤੇ ਆ ਵਾਰਨ ਹੈਸਟਿੰਗਸ, ਸੀ ਤੇ ਆ ਹੈਕਟਰ ਮੁਨਰੋ ਜਾਂ ਲਾਰਡ ਮੁਨਰੋ ਵੀ ਕਹਿੰਦੇ ਆ, ਡੀ ਤੇ ਆ ਆਇਰਕੁਟ। ਤਾਂ ਆਪਣੇ ਕੋਲੇ ਰਾਈਟ ਆਪਸ਼ਨ ਕੀ ਹੋ ਜਾਏਗੀ, ਸੀ ਤੇ ਹੈ ਹੈਕਟਰ ਮੁਨਰੋ। ਤਾਂ ਕਲਾਈਵ ਤਾਂ ਆਪਾਂ ਪੜ੍ਹਿਆ ਦੋਹਰੀ ਸ਼ਾਸਨ ਪ੍ਰਣਾਲੀ ਵਾਲਾ ਸੀ, ਠੀਕ ਹੈ, ਪਲਾਸੀ ਦੇ ਯੁੱਧ ਵਾਲਾ ਸੀ। ਇਸ ਤੋਂ ਬਾਅਦ 1765 ਈਸਵੀ ਦੇ ਵਿੱਚ ਇਹਦੀ ਦੁਬਾਰਾ ਫਿਰ ਐਂਟਰੀ ਹੁੰਦੀ ਹੈ ਜਦੋਂ ਕਿ ਇਹ ਦੋਹਰੀ ਸ਼ਾਸਨ ਪ੍ਰਣਾਲੀ ਲੈ ਕੇ ਆਉਂਦਾ। ਤਾਂ ਵਾਰਨ ਹੈਸਟਿੰਗਸ ਕੌਣ ਹੈ? ਇਹਦੀ ਜਿਹੜੀ ਬਣਾਈ ਹੋਈ ਸੀਗੀ ਦੋਹਰੀ ਸ਼ਾਸਨ ਪ੍ਰਣਾਲੀ, ਉਹਨੂੰ ਅੰਤਿਮ ਮਤਲਬ ਰੂਪ ਦੇਣ ਵਾਲਾ, ਖਤਮ ਕਰਨ ਵਾਲਾ। ਇਹਨੇ 1773 ਈਸਵੀ ਦੇ ਵਿੱਚ ਕੀ ਕੀਤਾ ਸੀ, ਦੋਹਰੀ ਸ਼ਾਸਨ ਪ੍ਰਣਾਲੀ ਦਾ ਅੰਤ ਕਰਤਾ ਸੀ ਵਾਰਨ ਹੈਸਟਿੰਗਸ ਨੇ। ਤਾਂ ਦੋਹਰੀ ਸ਼ਾਸਨ ਪ੍ਰਣਾਲੀ ਸ਼ੁਰੂ ਕਿਹਨੇ ਕੀਤੀ ਸੀ? ਲਾਰਡ ਕਲਾਈਵ ਨੇ। ਅਗਲਾ ਵਿਦਿਆਰਥੀ ਸਾਥੀਓ ਆਪਣੇ ਕੋਲੇ ਪ੍ਰਸ਼ਨ ਹੈ, 7ਵਾਂ ਪ੍ਰਸ਼ਨ ਹੈ ਕਿ ਟੀਪੂ ਦੀ ਜਿਹੜੀ ਟੀਪੂ ਸੁਲਤਾਨ ਸੀ ਉਸ ਦੀ ਮੌਤ ਜਿਹੜੀ ਆ ਕਦੋਂ ਹੋਈ ਸੀ? ਇਹ ਤੇ ਆਪਣੇ ਕੋਲੇ ਆਪਸ਼ਨ 1781, ਬੀ ਤੇ 1798, ਸੀ ਤੇ 1799 ਤੇ ਡੀ ਤੇ 1799। ਤਾਂ ਰਾਈਟ ਆਨਸਰ ਇਹਦਾ ਹੋ ਜਾਏਗਾ ਜੀ ਸੀ 1799 ਈਸਵੀ ਵਿੱਚ ਕੀ ਹੁੰਦਾ, ਟੀਪੂ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ। ਹੁਣ ਜੇਕਰ ਆਪਾਂ ਇੱਥੇ ਗੱਲ ਕਰ ਲਈਏ 1799 ਦੀ, ਇਹਦੇ ਨਾਲ ਹੀ ਪਿਆ। ਤਾਂ ਇੱਥੇ ਕੀ ਹੋਇਆ ਸੀ, ਫਰਾਂਸੀਸੀ ਕ੍ਰਾਂਤੀ ਹੋਈ ਸੀ, ਠੀਕ ਹੈ, ਜਦੋਂ ਕੀ ਸੀ ਜੈਕੋਬਿਨ ਜਿਹੜਾ ਕਲੱਬ ਹੈ ਉਸ ਦੀ ਸਥਾਪਨਾ ਵੀ ਹੋਈ ਸੀਗੀ। ਫਰਾਂਸੀਸੀ ਕ੍ਰਾਂਤੀ ਦੇ ਵਿੱਚੋਂ ਕੀ ਸੀਗੇ 3 ਵਰਡ ਹੈ ਜਿਹੜੇ ਆਪਣੀ ਪ੍ਰਸਤਾਵਨਾ 'ਚ ਯੂਜ਼ ਕੀਤੇ ਜਾਂਦੇ ਨੇ, ਕਿਹੜੇ ਕਿਹੜੇ ਸੀਗੇ? ਸਮਾਨਤਾ, ਸੁਤੰਤਰਤਾ ਅਤੇ ਅਖੰਡਤਾ। ਇਹ 3 ਜਿਹੜੇ ਸ਼ਬਦ ਨੇ ਆਪਣੀ ਪ੍ਰਸਤਾਵਨਾ ਦੇ ਵਿੱਚ ਮੌਜੂਦ ਨੇ ਭਾਰਤ ਦੇ ਸੰਵਿਧਾਨ ਦੀ। ਹੁਣ ਜੇਕਰ ਗੱਲ ਕਰੀਏ ਕਦੋਂ ਸ਼ਾਮਲ ਕੀਤੇ ਗਏ, ਤਾਂ 42ਵੀਂ ਸੋਧ ਜਿਹੜੀ ਕਿ 1976 ਚ ਹੋਈ ਸੀ, ਠੀਕ ਹੈ। ਤਾਂ ਉਹ ਆਪਾਂ ਦੇਖ ਲਾਂਗੇ ਇਧਰੋਂ 1799 ਦੀ ਤਰਫ ਤੋਂ। ਔਰ ਜੇਕਰ ਗੱਲ ਕਰੀਏ 1781 ਵੀ ਇੱਕ ਆਪਣੇ ਕੋਲੇ ਆਪਸ਼ਨ ਪਈ ਹੈ, ਤਾਂ ਹੈਦਰ ਅਲੀ ਦੀ ਜਿਹੜੀ ਮੌਤ ਹੈ, ਠੀਕ ਹੈ, ਉਹ ਹੁੰਦੀ ਹੈ 1781 ਈਸਵੀ ਦੇ ਵਿੱਚ। ਹੁਣ ਡੀ ਤੇ ਸੌਰੀ ਵਿਦਿਆਰਥੀ ਸਾਥੀਓ ਆਪਣੇ ਕੋਲੇ 8ਵਾਂ ਪ੍ਰਸ਼ਨ ਹੈ, ਹੈਦਰ ਅਲੀ ਦੀ ਮੌਤ ਹੈ ਜਿਹੜੀ ਕਿਸ ਅੰਗਲ ਮੈਸੂਰ ਯੁੱਧ ਦੌਰਾਨ ਹੋਈ ਸੀਗੀ? ਤਾਂ ਏ ਤੇ ਆਪਣੇ ਕੋਲੇ ਆਪਸ਼ਨ ਪਹਿਲੇ, ਬੀ ਤੇ ਆ ਦੂਸਰੇ, ਸੀ ਤੇ ਆ ਤੀਸਰੇ ਜਾਂ ਡੀ ਤੇ ਆ ਚੌਥੇ। ਤਾਂ ਡੀ ਜਿਹੜਾ ਰਾਈਟ ਆਨਸਰ ਹੋ ਜਾਏਗਾ ਕਿ ਚੌਥੇ ਅੰਗਲ ਮੈਸੂਰ ਯੁੱਧ ਦੇ ਵਿੱਚ ਕੀ ਹੈ, ਹੈਦਰ ਅਲੀ ਜਿਹੜਾ ਮਾਰਿਆ ਜਾਂਦਾ। ਅੱਗੇ ਆ ਵਿਦਿਆਰਥੀ ਸਾਥੀਓ ਆਪਣੇ ਕੋਲੇ 9ਵਾਂ ਪ੍ਰਸ਼ਨ ਅੱਜ ਦਾ,
ਕਿਸ ਸੰਧੀ ਤੋਂ ਬਾਅਦ ਬੰਗਾਲ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਜਿਹੜੀ ਹੈ ਲਾਗੂ ਕਰ ਦਿੱਤੀ ਜਾਂਦੀ ਹੈ? ਤਾਂ ਏ ਤੇ ਆਪਣੇ ਕੋਲੇ ਆਪਸ਼ਨ ਹੰਗਲੀ ਜਾਂ ਹੁਗਲੀ ਕਹਿ ਸਕਦੇ ਹਾਂ, ਬੀ ਤੇ ਆ ਮਦਰਾਸ, ਸੀ ਤੇ ਆ ਇਲਾਹਾਬਾਦ ਤੇ ਡੀ ਤੇ ਆ ਅਲੀਨਗਰ। ਦੇਖੋ ਸੀ ਜਿਹੜੀ ਆਪਾਂ ਇਲਾਹਾਬਾਦ ਦੀ ਸੰਧੀ ਪਹਿਲੇ ਜਾਂ ਦੂਜੇ ਲੈਕਚਰ 'ਚ ਪੜ੍ਹ ਚੁੱਕੇ ਹਾਂ, ਚੰਗੀ ਤਰ੍ਹਾਂ ਡੈਪਥ ਦੇ ਨਾਲ ਆਪਾਂ ਸਮਝਾ ਦਿੱਤਾ ਸੀ ਉੱਥੇ। ਤਾਂ ਜਿਹੜੀ ਦੋਹਰੀ ਸ਼ਾਸਨ ਪ੍ਰਣਾਲੀ ਹੈ ਬੰਗਾਲ 'ਚ ਇਲਾਹਾਬਾਦ ਦੀ ਸੰਧੀ ਤੋਂ ਬਾਅਦ ਕੀ ਹੈ, ਲਾਗੂ ਕਰ ਦਿੱਤੀ ਜਾਂਦੀ ਹੈ। ਤਾਂ ਅੱਗੇ ਵਿਦਿਆਰਥੀ ਸਾਥੀਓ 10ਵਾਂ ਆਪਣੇ ਕੋਲੇ ਪ੍ਰਸ਼ਨ ਹੈ ਅਲੀਨਗਰ। ਦੇਖੋ ਅਲੀਨਗਰ ਕਿਹਨੇ ਬਣਾਇਆ ਸੀ? ਸਿਰਾਜੂਦੌਲਾ ਨੇ ਆਪਣੇ ਨਾਨੇ ਦੀ ਯਾਦ ਦੇ ਵਿੱਚ ਬਣਾ ਦਿੱਤਾ ਸੀ। ਹੁਣ ਅਲੀਵਰਦੀ ਖਾਨ ਸੀ ਜਿਨਨੇ ਕੀ ਸੀ, ਸਿਰਾਜੂਦੌਲਾ ਨੂੰ ਆਪਣੀ ਗੱਦੀ ਸੌਂਪੀ ਸੀ, ਭਾਵ ਕਿ ਉਸ ਨੂੰ ਨਵਾਬ ਬਣਾਇਆ ਸੀ। ਤਾਂ ਆਪਣੇ ਕੋਲੇ ਆਪਸ਼ਨ ਕੀ ਆ ਕਿ ਪ੍ਰਸ਼ਨ ਹੈਗਾ ਅਲੀਨਗਰ ਦੀ ਸੰਧੀ ਕਦੋਂ ਹੋਈ ਸੀ? ਤਾਂ ਆਪਸ਼ਨਾਂ ਨੇ ਏ ਤੇ 1757, ਬੀ ਤੇ ਆਪਣੇ ਕੋਲੇ 1758, ਸੀ ਤੇ 1751 ਤੇ ਡੀ ਤੇ 1756। ਜਿਹੜਾ 1756 ਜਿਹੜਾ ਰਾਈਟ ਆਨਸਰ ਹੋ ਜਾਏਗਾ ਆਪਣਾ। ਠੀਕ ਹੈ, ਹੁਣ ਅਲੀਨਗਰ ਦੀ ਸੰਧੀ ਕਾਹਤੋਂ ਹੋਈ ਹੋਣੀ ਹੈ? ਆਪਾਂ ਪਿੱਛੇ ਪੜਿਆ ਨਾ ਬਲੈਕ ਹੋਲ ਟ੍ਰੈਜੇਡੀ ਬਾਰੇ। ਠੀਕ ਹੈ, ਤਾਂ ਉਸ ਨੂੰ ਲੈ ਕੇ ਹੀ ਅੰਗਰੇਜ਼ਾਂ ਨੇ ਜਿਹੜੀ ਆ ਸਿਰਾਜੂਦੌਲਾ ਦੇ ਨਾਲ ਸੰਧੀ ਕੀਤੀ ਹੋਏਗੀ। ਤਾਂ ਅੱਗੇ ਵਿਦਿਆਰਥੀ ਸਾਥੀਓ ਆਪਣੇ ਕੋਲੇ ਅੱਜ ਦਾ 11ਵਾਂ ਪ੍ਰਸ਼ਨ ਹੈ, ਨਿਜ਼ਾਮ ਉਲ ਮੁਲਕ ਕਿੱਥੋਂ ਦਾ ਸੰਸਥਾਪਕ ਸੀ? ਏ ਤੇ ਆਪਣੇ ਕੋਲੇ ਆਪਸ਼ਨ ਹੈਦਰਾਬਾਦ, ਬੀ ਤੇ ਆ ਬੰਗਾਲ, ਸੀ ਤੇ ਆਪਣੇ ਕੋਲੇ ਅਵਧ ਤੇ ਡੀ ਤੇ ਆ ਅਕਗਟ। ਤਾਂ ਵਿਦਿਆਰਥੀ ਸਾਥੀਓ ਇਹਦਾ ਜਿਹੜਾ ਰਾਈਟ ਆਨਸਰ ਹੋ ਜਾਏਗਾ ਆਪਣੇ ਕੋਲੇ ਤਾਂ ਉਹ ਹੋਏਗਾ ਹੈਦਰਾਬਾਦ। ਠੀਕ ਹੈ, ਤਾਂ ਨਿਜ਼ਾਮ ਉਲ ਮੁਲਕ ਨੇ ਕੀ ਕੀਤਾ ਸੀ? ਹੈਦਰਾਬਾਦ ਨੂੰ ਬਣਾਇਆ ਸੀ, ਜਾਂ ਆਪਾਂ ਕਹਿ ਸਕਦੇ ਹਾਂ ਕਿ ਹੈਦਰਾਬਾਦ ਦਾ ਇਸ ਨੂੰ ਸੰਸਥਾਪਕ ਮੰਨਿਆ ਜਾਂਦਾ ਹੈ। ਤਾਂ ਅੱਗੇ ਆ ਵਿਦਿਆਰਥੀ ਸਾਥੀਓ ਆਪਣੇ ਕੋਲੇ 12ਵਾਂ ਪ੍ਰਸ਼ਨ ਅੱਜ ਦਾ ਜੀ, ਫਰਾਂਸ ਦੀ ਜਿਹੜੀ ਕ੍ਰਾਂਤੀ ਹੈ ਕਦੋਂ ਹੋਈ ਸੀ? ਏ ਤੇ ਆਪਣੇ ਕੋਲੇ ਆਪਸ਼ਨ 1798, ਬੀ ਤੇ 1799, ਸੀ ਤੇ 1757 ਤੇ ਡੀ ਤੇ 1765 ਈਸਵੀ। ਤਾਂ ਵਿਦਿਆਰਥੀ ਸਾਥੀਓ ਦਾ ਰਾਈਟ ਆਨਸਰ ਕੀ ਹੋ ਜਾਏਗਾ? 1799 ਈਸਵੀ। ਠੀਕ ਹੈ, 1799 ਈਸਵੀ ਦੇ ਵਿੱਚ ਕੀ ਸੀਗਾ? ਫਰਾਂਸ ਦੀ ਜਿਹੜੀ ਆ ਕ੍ਰਾਂਤੀ ਹੋਈ ਸੀ। ਨੈਕਸਟ ਹੈ ਵਿਦਿਆਰਥੀ ਸਾਥੀਓ ਸਾਡੇ ਕੋਲੇ 13 ਨੰਬਰ ਪ੍ਰਸ਼ਨ ਹੈ, ਸੁਤੰਤਰਤਾ ਦਾ ਦਰਖਤ ਕਿਸ ਸ਼ਾਸਕ ਨੇ ਲਗਾਇਆ ਸੀ? ਠੀਕ ਹੈ, ਜਿਹੜਾ ਪ੍ਰਭਾਵਿਤ ਹੋਇਆ ਸੀ ਸੁਤੰਤਰਤਾ ਸ਼ਬਦ ਤੋਂ ਫਰਾਂਸੀਸੀ ਕ੍ਰਾਂਤੀ ਦੇ ਸਮੇਂ, ਤਾਂ ਉਸਨੇ ਸੁਤੰਤਰਤਾ ਦਾ ਦਰਖਤ ਹੈ ਜਿਹੜਾ ਲਗਾਇਆ ਹੋਏਗਾ। ਤਾਂ ਆਪਣੇ ਕੋਲੇ ਆਪਸ਼ਨਾਂ ਨੇ ਏ ਤੇ ਟੀਪੂ, ਬੀ ਤੇ ਹੈਦਰ ਅਲੀ, ਸੀ ਤੇ ਨਿਜ਼ਾਮੂਦੌਲਾ, ਸੀ ਤੇ ਡੀ ਤੇ ਆਪਣੇ ਕੋਲੇ ਸ਼ਾਹ ਆਲਮ ਦੂਜਾ। ਤਾਂ ਜਿਹੜਾ ਇਹਦਾ ਰਾਈਟ ਆਨਸਰ ਹੋਏਗਾ ਆਪਣੇ ਕੋਲੇ ਤਾਂ ਕੀ ਹੋਏਗਾ ਜੀ? ਏ, ਟੀਪੂ ਸੁਲਤਾਨ। ਠੀਕ ਹੈ, ਇਸਨੇ ਕੀ ਕੀਤਾ ਸੀ? ਸੁਤੰਤਰਤਾ ਦਾ ਦਰਖਤ ਜਿਹੜਾ ਇਸਨੇ ਲਗਾਇਆ ਸੀ। ਤਾਂ ਨੈਕਸਟ ਹੈ ਵਿਦਿਆਰਥੀ ਸਾਥੀਓ ਆਪਣੇ ਕੋਲੇ 14 ਨੰਬਰ ਪ੍ਰਸ਼ਨ ਹੈ, ਜੈਕੋਬ ਕਲੱਬ ਦੀ ਸਥਾਪਨਾ ਕਦੋਂ ਹੋਈ ਸੀ? ਆਪਾਂ ਇਹਦੇ ਬਾਰੇ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਜੈਕੋਬਿਨ ਕਲੱਬ ਹੈ ਜਿਹੜਾ, ਇਸ ਦੀ ਸਥਾਪਨਾ ਫਰਾਂਸੀਸੀ ਕ੍ਰਾਂਤੀ ਦੇ ਸਮੇਂ ਹੋਈ। ਹੁਣ ਜਦੋਂ ਫਰਾਂਸੀਸੀ ਕ੍ਰਾਂਤੀ ਆਈ ਹੋਣੀ ਹੈ ਉਦੋਂ ਹੀ ਆਪਾਂ ਕਹਿ ਸਕਦੇ ਹਾਂ ਨਾ ਕਿ ਉਹ ਹੋਈ ਹੋਊਗੀ। ਤਾਂ ਆਪਣੇ ਕੋਲੇ ਆਪਸ਼ਨਾਂ ਨੇ ਏ ਤੇ 1798, ਬੀ ਤੇ 1799, ਸੀ ਤੇ 1791 ਤੇ ਡੀ ਤੇ 1795। ਤਾਂ ਇਹਦਾ ਰਾਜੇ ਰਾਈਟ ਆਨਸਰ ਕੀ ਹੋ ਜਾਏਗਾ? ਬੀ ਹੋ ਜਾਏਗਾ। ਠੀਕ ਹੈ, 1799 ਈਸਵੀ ਵਿੱਚ ਜੈਕੋਬਿਨ ਕਲੱਬ ਦੀ ਜਿਹੜੀ ਸਥਾਪਨਾ ਜਿਹੜੀ ਆ ਹੋਈ ਸੀ ਫਰਾਂਸੀਸੀ ਕ੍ਰਾਂਤੀ ਦੇ ਸਮੇਂ ਵਿੱਚ। ਅੱਗੇ ਆ ਵਿਦਿਆਰਥੀ ਸਾਥੀਓ ਆਪਣੇ ਕੋਲੇ ਅੱਜ ਦਾ 15 ਨੰਬਰ ਪ੍ਰਸ਼ਨ ਹੈ, ਦੋਹਰੀ ਸ਼ਾਸਨ ਪ੍ਰਣਾਲੀ ਦਾ ਟਾਈਮ ਪੀਰੀਅਡ ਕੀ ਸੀ? ਦੇਖੋ ਲਾਰਡ ਕਲਾਈਵ ਦੇ ਸਮੇਂ ਹੋਈ ਆਪਾਂ ਨੂੰ ਪਤਾ, ਤਾਂ ਟਾਈਮ ਪੀਰੀਅਡ ਕੀ ਸੀਗਾ? ਆ ਪਿਆ ਜੀ ਆਪਣੇ ਕੋਲੇ 1765 ਤੋਂ ਲੈ ਕੇ 1772 ਤੱਕ। ਫਿਰ 1773 'ਚ ਕੀ ਹੁੰਦਾ? ਵਾਰਨ ਹੈਸਟਿੰਗਸ ਆ ਜਾਂਦਾ ਜੋ ਕਿ ਖਤਮ ਕਰ ਦਿੰਦਾ। ਹੁਣ ਦੋਹਰੀ ਸ਼ਾਸਨ ਪ੍ਰਣਾਲੀ ਹੈਗੀ ਕੀ ਸੀ ਕਿ ਕਹਿੰਦੇ ਨਾ ਕਿ ਮੋਢੇ ਤੇ ਰੱਖ ਕੇ ਚਲਾਣੀ। ਠੀਕ ਹੈ, ਕਿਸੇ ਦੇ ਮੋਢੇ ਤੇ ਰੱਖ ਕੇ ਕੋਈ ਬੰਦੂਕ ਚਲਾਣੀ ਜਾਂ ਕੋਈ ਵੈਪਨ ਜਾਂ ਕੋਈ ਹੋਰ ਹਥਿਆਰ ਚਲਾਉਣਾ। ਮਤਲਬ ਕਿ ਚਿਹਰਾ ਹੋਰ ਹੁੰਦਾ ਸੀ, ਪਿੱਛੇ ਉਹਦੇ ਕੰਮ ਕਰਨ ਵਾਲੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਹੋਰ ਹੁੰਦੀਆਂ ਸੀ। ਤਾਂ ਇਹ ਸੀਗਾ ਆਪਣਾ ਡਬਲ ਟਾਈਮ ਪੀਰੀਅਡ ਕਹਿ ਸਕਦੇ ਹਾਂ, ਜਾਂ ਇਹਨੂੰ ਕਹਿ ਸਕਦੇ ਹਾਂ ਦੋਹਰੀ ਸ਼ਾਸਨ ਪ੍ਰਣਾਲੀ ਕਹਿ ਸਕਦੇ ਹਾਂ। 16 ਨੰਬਰ ਤੇ ਆਪਣੇ ਕੋਲੇ ਪ੍ਰਸ਼ਨ, ਅੰਗਰੇਜ਼ਾਂ ਦੇ ਮੈਸੂਰ ਨਾਲ ਸੰਘਰਸ਼ ਵਿੱਚ ਕਿੰਨੇ ਯੁੱਧ ਹੋਏ ਸੀ? ਪਹਿਲਾ ਏ ਤੇ ਆਪਣੇ ਕੋਲੇ 1 ਯੁੱਧ, ਬੀ ਤੇ 2 ਯੁੱਧ, ਸੀ ਤੇ 3 ਯੁੱਧ ਜਾਂ ਡੀ ਤੇ 4 ਯੁੱਧ। ਤਾਂ 4 ਯੁੱਧ ਜਿਹੜੇ ਨੇ ਇਹਨਾਂ ਦੇ ਹੋਏ ਸੀ ਅੰਗਰੇਜ਼ਾਂ ਦੇ ਮੈਸੂਰ ਨਾਲ ਜਿਹੜਾ ਸੰਘਰਸ਼ ਕਰਦੇ ਹੋਏ। ਨੈਕਸਟ ਹੈ ਵਿਦਿਆਰਥੀ ਸਾਥੀਓ ਆਪਣੇ ਕੋਲੇ 17 ਨੰਬਰ ਪ੍ਰਸ਼ਨ। ਤਾਂ ਆਪਣੇ ਕੋਲੇ ਪ੍ਰਸ਼ਨ ਹੈ ਜੀ, ਟੀਪੂ ਦੀ ਮੌਤ ਕਿਸ ਅੰਗਲ ਮੈਸੂਰ ਯੁੱਧ ਦੌਰਾਨ ਹੋਈ ਸੀ? ਤਾਂ ਏ ਤੇ ਆਪਣੇ ਕੋਲੇ ਆਪਸ਼ਨ ਪਹਿਲੇ, ਬੀ ਤੇ ਦੂਸਰੇ, ਸੀ ਤੇ ਤੀਸਰੇ ਤੇ ਡੀ ਤੇ ਆਪਣੇ ਕੋਲੇ ਚੌਥੇ। ਤਾਂ ਚੌਥੇ ਮੈਸੂਰ ਅੰਗਲ ਯੁੱਧ ਦੇ ਵਿੱਚ ਕੀ ਸੀਗਾ? ਟੀਪੂ ਜਿਹੜਾ ਮਾਰਿਆ ਜਾਂਦਾ। ਸੋ ਵਿਦਿਆਰਥੀ ਸਾਥੀਓ ਸਾਡੇ ਕੋਲੇ 18 ਨੰਬਰ ਪ੍ਰਸ਼ਨ ਹੈ, ਮੁਗਲਾਂ ਦੀ ਤਰਫੋਂ
ਜਿਹੜਾ ਬੰਗਾਲ ਦਾ ਅੰਤਿਮ ਗਵਰਨਰ ਕੌਣ ਸੀਗਾ, ਠੀਕ ਹੈ, ਮੁਗਲਾਂ ਦੀ ਤਰਫ ਤੋਂ। ਤਾਂ ਇਹ ਤੇ ਆਪਣੇ ਕੋਲੇ ਆਪਸ਼ਨ ਸਰਫਰਾਜ ਖਾਨ, ਬੀ ਤੇ ਹੈ ਮੁਰਸ਼ਿਦ ਕੁਲੀ ਖਾਨ, ਸੀ ਤੇ ਹੈ ਅਲਵਰਦੀ ਖਾਨ ਤੇ ਡੀ ਤੇ ਆਪਣੇ ਕੋਲੇ ਮੁਹੰਮਦ ਖਾਨ। ਤਾਂ ਇਹਦਾ ਰਾਈਟ ਆਪ ਜਿਹੜਾ ਆਪਣੇ ਕੋਲੇ ਆਨਸਰ ਹੋਏਗਾ ਆਪਸ਼ਨ ਨੰਬਰ ਬੀ ਹੈ ਮੁਰਸ਼ਿਦ ਕੁਲੀ ਖਾਨ। ਹੁਣ ਇਹਨੂੰ ਕਦੋਂ ਨਿਯੁਕਤ ਕੀਤਾ ਗਿਆ ਸੀਗਾ, ਠੀਕ ਹੈ, 1701 ਦੇ ਵਿੱਚ। ਕਿਸ ਦੇ ਦੁਆਰਾ? ਜੇਕਰ ਪੇਪਰ ਵਿੱਚ ਪ੍ਰਸ਼ਨ ਆਉਂਦਾ ਤਾਂ ਔਰੰਗਜ਼ੇਬ ਦੇ ਦੁਆਰਾ, ਠੀਕ ਹੈ, ਔਰੰਗਜ਼ੇਬ ਦੇ ਦੁਆਰਾ ਇਸ ਨੂੰ ਨਿਯੁਕਤ ਕੀਤਾ ਗਿਆ ਸੀਗਾ। ਤਾਂ ਵਿਦਿਆਰਥੀ ਸਾਥੀਓ ਆਪਣੇ ਕੋਲੇ 19 ਨੰਬਰ ਪ੍ਰਸ਼ਨ ਹੈ, ਕਿਸ ਯੁੱਧ ਤੋਂ ਬਾਅਦ ਭਾਰਤ ਵਿੱਚ ਅੰਗਰੇਜ਼ਾਂ ਦੀ ਸੱਤਾ ਜਿਹੜੀ ਹੈ ਸਥਾਪਿਤ ਹੋ ਜਾਂਦੀ ਹੈ? ਮਤਲਬ ਕਿ ਅੰਗਰੇਜ਼ਾਂ ਦਾ ਜਿਹੜਾ ਵਿਸਤਾਰ ਹੋਰ ਖਿਲਰਦਾ ਜਾਂਦਾ, ਹੋਰ ਭਾਰਤ ਤੇ ਜਿਹੜਾ ਨੇ ਕਬਜ਼ਾ ਕਰਦੇ ਜਾਂਦੇ ਨੇ। ਤਾਂ ਇਹ ਤੇ ਆਪਣੇ ਕੋਲੇ ਆਪਸ਼ਨ ਪਲਾਸੀ, ਬੀ ਤੇ ਹੈ ਬਕਸਰ, ਸੀ ਤੇ ਹੈ ਵਾੜੀਵਾਸ ਤੇ ਡੀ ਤੇ ਹੈ ਬੇਦਰਾ। ਤਾਂ ਇਹਦੇ ਰਾਈਟ ਆਪਣੇ ਕੋਲੇ ਆਨਸਰ ਹੋ ਜਾਏਗਾ ਜੀ ਬੀ, ਬਕਸਰ ਦੇ ਯੁੱਧ ਤੋਂ ਬਾਅਦ ਕਿ ਅੰਗਰੇਜ਼ਾਂ ਦੀ ਭਾਰਤ ਦੇ ਵਿੱਚ ਕੀ ਹੈ ਸੱਤਾ ਜਿਹੜੀ ਆ ਪੂਰਨ ਰੂਪ ਦੇ ਵਿੱਚ ਕੀ ਹੈ ਖਿਲਰਦੀ ਹੋਣੀ ਸ਼ੁਰੂ ਹੋ ਜਾਂਦੀ ਹੈ, ਠੀਕ ਹੈ। ਤਾਂ ਜੇਕਰ ਗੱਲ ਕਰੀਏ ਕਿਹਨਾਂ ਦੇ ਵਿਚਕਾਰ ਲੜਿਆ ਗਿਆ ਸੀ, ਤਾਂ ਬਕਸਰ ਦਾ ਸਜਾਊਦੋਲਾ ਤੇ ਉਧਰੋਂ ਅੰਗਰੇਜ਼ਾਂ ਦੀ ਤਰਫੋਂ ਕੌਣ ਸੀਗਾ? ਹੈਕਟਰ ਮੁਨਰੋ ਜਾਂ ਲਾਰਡ ਮੁਨਰੋ, ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਅੰਗਰੇਜ਼ੀ ਅਧਿਕਾਰੀ ਬਕਸਰ ਦੇ ਯੁੱਧ ਦਾ ਨੇਤਰਤਵ ਕਰ ਰਿਹਾ ਸੀਗਾ। ਤਾਂ ਆਪਣੇ ਕੋਲੇ 20 ਨੰਬਰ ਪ੍ਰਸ਼ਨ ਹੈ, ਸਰਾਜੂਦੋਲਾ ਕਿਸ ਲੜਾਈ ਵਿੱਚ ਹਾਰਿਆ ਸੀ? ਸਰਾਜੂਦੋਲਾ, ਠੀਕ ਹੈ। ਤਾਂ ਆਪਸ਼ਨ ਆਪਣੇ ਕੋਲੇ ਏ ਪਲਾਸੀ, ਬੀ ਹੈ ਬਕਸਰ, ਸੀ ਹੈ ਮੈਸੂਰ ਤੇ ਡੀ ਤੇ ਆਪਣੇ ਕੋਲੇ ਸਵਾਲੀ ਦੀ ਲੜਾਈ। ਤਾਂ ਪਲਾਸੀ ਦੀ ਲੜਾਈ ਵਿੱਚ ਜਿਹੜਾ ਸਰਾਜੂਦੋਲਾ ਹਾਰਿਆ ਸੀ। ਇੱਕ ਸੀ ਸਜਾਊਦੋਲਾ, ਉਹਦੇ 'ਚ ਰਾਰਾ ਨਹੀਂ ਪੈਂਦਾ, ਠੀਕ ਹੈ, ਉਹ ਬਕਸਰ ਦੇ ਯੁੱਧ ਵਾਲਾ ਸੀ। ਜਿਹੜਾ ਸਰਾਜੂ ਸੀ ਤਾਂ ਉਹ ਕੌਣ ਸੀ? ਪਲਾਸੀ ਦੇ ਯੁੱਧ ਵਾਲਾ। ਤਾਂ ਵਿਦਿਆਰਥੀ ਸਾਥੀਓ ਇਹ ਇੱਥੋਂ ਤੁਹਾਨੂੰ ਕੀ ਹੈ ਯਾਦ ਰੱਖਣ ਦੇ ਲਈ ਆਸਾਨ ਹੋ ਜਾਏਗਾ ਕਿ ਜਿਹੜਾ ਰਾਰਾ ਬਕਸਰ 'ਚ ਆਉਂਦਾ, ਉਧਰ ਜਿਹੜਾ ਉਹਨਾਂ ਦਾ ਨਵਾਬ ਸੀਗਾ ਸਜਾਊਦੋਲਾ, ਉਹਦੇ ਵਿੱਚ ਰਾਰਾ ਜਿਹੜਾ ਨਹੀਂ ਆਉਂਦਾ। ਪਲਾਸੀ 'ਚ ਰਾਰਾ ਨਹੀਂ ਆਉਂਦਾ ਤੇ ਜਿਹੜਾ ਸਰਾਜੂਦੋਲਾ ਉੱਥੋਂ ਦਾ ਜਿਹੜਾ ਨਵਾਬ ਮੰਨਿਆ ਜਾਂਦਾ ਜਾਂ ਮੁਗਲ ਬਾਦਸ਼ਾਹ ਮੰਨਿਆ ਜਾਂਦਾ, ਤਾਂ ਉਹਦੇ ਵਿਚਕਾਰ ਜਿਹੜਾ ਅੰਗਰੇਜ਼ਾਂ ਦੇ ਨਾਲ ਯੁੱਧ ਹੁੰਦਾ ਸਰਾਜੂਦੋਲਾ ਤੇ ਅੰਗਰੇਜ਼ਾਂ ਦਾ ਪਲਾਸੀ ਦੇ ਯੁੱਧ ਦੇ ਵਿੱਚ ਹੁੰਦਾ। ਤਾਂ ਅੱਗੇ ਆ ਵਿਦਿਆਰਥੀ ਸਾਥੀਓ 21 ਨੰਬਰ ਆਪਣੇ ਕੋਲੇ ਪ੍ਰਸ਼ਨ ਹੈ, ਭਾਰਤ ਵਿੱਚ ਬ੍ਰਿਟਿਸ਼ ਸਾਮਰਾਜ ਦਾ ਸੰਸਥਾਪਕ ਕੌਣ ਸੀ? ਠੀਕ ਹੈ, ਇਹ ਤੇ ਆਪਣੇ ਕੋਲੇ ਆਪਸ਼ਨ ਵਾਰਨ ਹੈਸਟਿੰਗਸ, ਬੀ ਤੇ ਹੈ ਲਾਰਡ ਕਲਾਈਵ, ਸੀ ਤੇ ਹੈ ਲਾਰਡ ਬੈਂਟਿੰਕ ਤੇ ਡੀ ਤੇ ਹੈ ਲਾਰਡ ਡਲਹੌਜੀ। ਤਾਂ ਵਿਦਿਆਰਥੀ ਸਾਥੀਓ ਦਾ ਰਾਈਟ ਆਨਸਰ ਹੋ ਜਾਏਗਾ ਆਪਣੇ ਕੋਲੇ ਬੀ। ਤਾਂ ਭਾਰਤ ਵਿੱਚ ਬ੍ਰਿਟਿਸ਼ ਸਾਮਰਾਜ ਦਾ ਜਿਹੜਾ ਸੰਸਥਾਪਕ ਜਾਂ ਮੋਢੀ ਕਿਹਨੂੰ ਕਹਿ ਸਕਦੇ ਹਾਂ ਆਪਾਂ? ਲਾਰਡ ਕਲਾਈਵ ਨੂੰ। ਅੱਗੇ ਵਿਦਿਆਰਥੀ ਸਾਥੀਓ ਆਪਣੇ ਕੋਲੇ 22 ਨੰਬਰ ਪ੍ਰਸ਼ਨ ਹੈ, ਕਿਸ ਸੈਨਾਪਤੀ ਨੂੰ ਸਵਰਗ ਤੋਂ ਉਤਰਿਆ ਸੈਨਾਪਤੀ ਕਿਹਾ ਜਾਂਦਾ? ਤਾਂ ਇਹ ਤੇ ਆਪਣੇ ਕੋਲੇ ਆਪਸ਼ਨ ਅਲੂ ਬੁਕਰਕ, ਬੀ ਤੇ ਆਪਣੇ ਕੋਲੇ ਡੁਪਲੇ, ਸੀ ਤੇ ਲਾਰਡ ਕਲਾਈਵ ਤੇ ਡੀ ਤੇ ਆ ਕਾਰਨਵਾਲਿਸ। ਤਾਂ ਵਿਦਿਆਰਥੀ ਸਾਥੀਓ ਇਹਦਾ ਰਾਈਟ ਆਨਸਰ ਆਪਣੇ ਕੋਲੇ ਕੀ ਹੋ ਜਾਏਗਾ? ਸੀ ਆਪਣੇ ਕੋਲੇ ਆਪਸ਼ਨ ਹੈ ਲਾਰਡ ਕਲਾਈਵ। ਹੁਣ ਗੱਲ ਕਰੀਏ ਇਹਨੂੰ ਕਿਹਾ ਕਿੰਨੇ ਸੀਗਾ? ਪੇਪਰ ਵਿੱਚ ਇਹ ਵੀ ਤਾਂ ਪੁੱਛ ਸਕਦੇ ਆ ਕਿ ਲਾਰਡ ਕਲਾਈਵ ਨੂੰ ਸਵਰਗ ਤੋਂ ਉਤਰਿਆ ਸੈਨਾਪਤੀ ਕਿੰਨੇ ਕਹਿ ਦਿੱਤਾ ਸੀ, ਠੀਕ ਹੈ। ਆਪਾਂ ਇਹ ਹੀ ਨਹੀਂ ਪੜ੍ਹਨਾ ਕਿ ਸਵਰਗ ਤੋਂ ਉਤਰਿਆ ਕਿਹਨੂੰ ਕਿਹਾ ਸੀ, ਹੁਣ ਕਿੰਨੇ ਕਿਹਾ ਸੀ ਆਪਾਂ ਉਹਦੇ ਬਾਰੇ ਵਿੱਚ ਵੀ ਜਾਣਦੇ ਹਾਂ। ਤਾਂ ਉਹ ਸੀਗਾ ਜੀ ਵਿਲੀਅਮ ਪੀਟ, ਠੀਕ ਹੈ, ਵਿਲੀਅਮ ਪੀਟ ਸੀਗਾ, ਠੀਕ ਹੈ, ਵਿਲੀਅਮ ਪੀਟ। ਤਾਂ ਅੱਗੇ ਵਿਦਿਆਰਥੀ ਸਾਥੀਓ ਆਪਣੇ ਕੋਲੇ 23 ਨੰਬਰ ਪ੍ਰਸ਼ਨ ਹੈ, ਪਲਾਸੀ ਦਾ ਮੈਦਾਨ ਕਿੱਥੇ? ਹੁਣ ਦੇਖੋ ਪਲਾਸੀ ਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਨਾ ਕਿ ਇਹ ਕਿੱਥੇ ਹੈਗਾ? ਭਾਗੀਰਥੀ ਨਦੀ ਦੇ ਕਿਨਾਰੇ ਤੇ ਹੈ, ਠੀਕ ਹੈ। ਤਾਂ ਹੁਗਲੀ ਜਿਹੜਾ ਉਹ ਕਲਕੱਤਾ ਦੇ ਹੈ। ਹੁਣ ਇਹ ਹੈਗਾ ਕਿੱਥੇ ਹੈ? ਏ ਆਪਸ਼ਨ ਆਪਣੇ ਕੋਲੇ ਬਿਹਾਰ, ਬੀ ਹੈ ਉੜੀਸਾ, ਸੀ ਹੈ ਆਂਧਰਾ ਪ੍ਰਦੇਸ਼, ਡੀ ਹੈ ਪੱਛਮੀ ਬੰਗਾਲ। ਤਾਂ ਰਾਈਟ ਆਨਸਰ ਆਪਾਂ ਨੂੰ ਵੀ ਪਤਾ ਕਿ ਇਹਦਾ ਹੋ ਜਾਏਗਾ ਡੀ ਪੱਛਮੀ ਬੰਗਾਲ। ਹੁਣ ਥੋੜੀ ਜੀ ਗੱਲ ਕਰ ਲਈ ਆਪਾਂ ਨਾਲ ਵਾਲੀਆਂ ਆਪਸ਼ਨਾਂ ਤੋਂ। ਹੁਣ ਬਿਹਾਰ ਦਿਓ ਜੇਕਰ ਆਪਾਂ ਹਿਸਟਰੀ ਜਾਂ ਜੀਕੇ ਦਾ ਕੋਈ ਹੋਰ ਪ੍ਰਸ਼ਨ ਯਾਦ ਰੱਖਣਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਬਿਹਾਰ ਦੀ ਜੇਕਰ ਰਾਜਧਾਨੀ ਦੀ ਗੱਲ ਕਰੀਏ ਤਾਂ ਪਟਨਾ, ਠੀਕ ਹੈ। ਤਾਂ ਇਹਦਾ ਜਿਹੜਾ ਪਟਨੇ ਦਾ ਪੁਰਾਣਾ ਨਾਮ ਕੀ ਸੀਗਾ? ਪਾਟਲੀ ਪੁੱਤਰ। ਕੀ ਸੀਗਾ? ਪਾਟਲੀ ਪੁੱਤਰ। ਤਾਂ ਹੁਣ ਪਾਟਲੀ ਪੁੱਤਰ ਨਾਮ ਤੋਂ ਪਟਨਾ ਕਿਹਨੇ ਕੀਤਾ ਸੀਗਾ? ਤਾਂ ਸ਼ੇਰ ਸ਼ਾਹ ਸੂਰੀ ਨੇ, ਠੀਕ ਹੈ, ਸ਼ੇਰ ਸ਼ਾਹ ਸੂਰੀ ਜਿਨਨੇ ਕੀ ਸੀਗੇ ਸੜਕਾਂ ਵੀ ਬਣਵਾਈਆਂ ਸੀ, ਠੀਕ ਹੈ। ਤਾਂ ਹੁਣ ਇੱਕ ਹੋਰ ਯਾਦ ਰੱਖਣ ਵਾਲਾ ਆਪਣੇ ਕੋਲੇ ਪ੍ਰਸ਼ਨ ਹੈ ਕਿ ਸਾਡੇ ਜਿਹੜੇ 10ਵੇਂ ਪਾਤਸ਼ਾਹ ਸੀਗੇ ਉਹਨਾਂ ਦਾ ਜਨਮ ਵੀ 1666 ਈਸਵੀ ਦੇ ਵਿੱਚ ਪਟਨਾ ਵਿਖੇ ਹੁੰਦਾ। ਤਾਂ ਇੱਕ ਜਿਹੜਾ ਪਟਨਾ ਸਾਹਿਬ ਤਖਤ ਵੀ ਜਿਹੜਾ ਸਿੱਖ ਧਰਮ ਦੇ ਵਿੱਚ ਅਹਿਮੀਅਤ ਰੱਖਦਾ ਉਹ ਵੀ ਕਿੱਥੇ ਹੈਗਾ? ਬਿਹਾਰ ਦੇ ਵਿੱਚ ਮੌਜੂਦ ਹੈ। ਤਾਂ ਉਵੇਂ ਵਿਦਿਆਰਥੀ ਸਾਥੀਓ ਜੇਕਰ ਆਪਾਂ ਉੜੀਸਾ ਦੀ ਗੱਲ ਕਰ ਲਈਏ ਤਾਂ ਉੜੀਸਾ ਤੋਂ ਯਾਦ ਰੱਖਣਾ ਹੋਵੇ ਤਾਂ ਆਪਾਂ ਉੜੀਸਾ ਦੀ ਰਾਜਧਾਨੀ ਵੀ ਆਪਾਂ ਯਾਦ ਰੱਖ ਸਕਦੇ ਹਾਂ ਭੁਵਨੇਸ਼ਵਰ। ਵਿਦਿਆਰਥੀ ਸਾਥੀਓ ਇੱਕ ਦਿਨ ਨਾ ਮੈਂ ਇੱਕ ਸਪੈਸ਼ਲ ਲੈਕਚਰ ਲਾਉਂਗਾ ਜਿਹਦੇ ਵਿੱਚ ਮੈਂ ਤੁਹਾਨੂੰ ਟਿਪਸ ਦੇ ਉੱਪਰ ਕੀ ਹੈ ਰਾਜਧਾਨੀਆਂ ਯਾਦ ਕਰਵਾਉਂਗਾ, ਠੀਕ ਹੈ। ਉਹਦਾ ਵੀ ਇੱਕ ਆਪਾਂ ਅਲੱਗ ਤੋਂ ਸੈਸ਼ਨ ਲਵਾਂਗੇ। ਤਾਂ ਅੱਗੇ ਵਿਦਿਆਰਥੀ ਸਾਥੀਓ ਆਪਣੇ ਕੋਲੇ 24 ਨੰਬਰ ਪ੍ਰਸ਼ਨ, ਬੰਗਾਲ ਦੀ ਰਾਜਧਾਨੀ ਮੁਰਸ਼ਿਦਾਬਾਦ ਤੋਂ ਮੁੰਗੇਰ ਕਿਸ ਨੇ ਸਥਾਪਿਤ ਕੀਤਾ?
ए ते अलवर्दी खां, बी ते सिराजुद्दौला, सी ते मीर जाफर ਤੇ ਡੀ ਤੇ ਆਪਣੇ ਕੋਲੇ ਮੀਰ ਕਾਸਮ। ਵੇਖੋ ਵਿਦਿਆਰਥੀ ਸਾਥੀਓ, ਮੈਂ ਤੁਹਾਨੂੰ ਇਹ ਕੁਐਸਚਨ ਜਿਹੜਾ ਟ੍ਰਿਕ ਦੇ ਨਾਲ ਸਮਝਾ ਦਿੰਦਾ, ਠੀਕ ਹੈ। ਯਾਦ ਕੀ ਰੱਖਣਾ, ਦੋਵਾਂ ਦਾ ਨਾਮ ਕੀ ਮੰਮੇ ਮੰਮੇ ਤੋਂ ਸ਼ੁਰੂ ਹੁੰਦਾ, ਠੀਕ ਹੈ। ਠੀਕ ਹੈ, ਮੰਮਾ ਜਿਹੜਾ ਅੱਖਰ ਹੈ ਪੰਜਾਬੀ ਦਾ। ਹੁਣ ਦੇਖੋ ਜੇਕਰ ਇਹਦਾ ਰਾਈਟ ਆਨਸਰ ਆਪਾਂ ਦੇਖਣਾ ਹੋਵੇ ਤਾਂ ਦੋ ਮੰਮੇ ਆਪਣੇ ਕੋਲ ਆ ਗਏ, ਤਾਂ ਨਾਮ ਦੇਖੋ ਹੁਣ ਚਾਰ ਆਪਣੇ ਕੋਲੇ ਪਏ ਆ, ਤਾਂ ਇਹਦੇ ਵਿੱਚ ਦੋ ਕਿਹਦੇ ਵਿੱਚ ਹੈ, ਡੀ ਦੇ ਵਿੱਚ ਨਾ ਮੀਰ ਕਾਸਮ ਸਟਾਰਟਿੰਗ 'ਚ ਵੀ ਹੈ ਤੇ ਅੰਤ ਦੇ ਵਿੱਚ ਵੀ ਹੈ। ਤਾਂ ਇੱਥੋਂ ਤੁਸੀਂ ਯਾਦ ਰੱਖ ਸਕਦੇ ਹੋ ਕਿ ਮੁਰਸ਼ਿਦਾਬਾਦ ਤੋਂ ਮੁੰਗੇਰ ਜਿਹੜਾ ਰਾਜਧਾਨੀ ਸਥਾਪਿਤ ਕੀਤੀ ਸੀ ਕਿੰਨੇ, ਮੀਰ ਕਾਸਮ ਨੇ। ਤੇ ਹੁਣ ਜੇਕਰ ਗੱਲ ਕਰੀਏ ਕਿ ਇਸ ਤੋਂ ਹੀ ਆਪਾਂ ਮੁਰਸ਼ਿਦਾਬਾਦ ਦੇਖੀਏ ਤਾਂ ਉਹ ਕਿੰਨੇ ਮਤਲਬ ਨਾਮ ਰੱਖਿਆ ਸੀ ਮੁਰਸ਼ਿਦਾਬਾਦ, ਤਾਂ ਉਹ ਮੁਰਸ਼ਿਦ ਕੁਲੀ ਖਾਨ ਸੀਗਾ ਜਿਹਦੇ ਨਾਮ ਤੋਂ ਮੁਰਸ਼ਿਦਾਬਾਦ ਪਿਆ ਸੀ। ਤਾਂ ਅੱਗੇ ਵਿਦਿਆਰਥੀ ਸਾਥੀਓ ਆਪਣੇ ਕੋਲੇ 25 ਨੰਬਰ ਪ੍ਰਸ਼ਨ ਹੈ, ਅੰਗਰੇਜ਼ ਈਸਟ ਇੰਡੀਆ ਕੰਪਨੀ ਦੀ ਭਾਰਤ ਵਿੱਚ ਸਭ ਤੋਂ ਨਿਰਣਾਇਕ ਸਫਲਤਾ ਕਿਹੜੀ ਮੰਨੀ ਜਾਂਦੀ ਹੈ, ਠੀਕ ਹੈ। ਨਿਰਣਾਇਕ ਇਹਦੇ ਬਾਰੇ ਆਪਾਂ ਪਹਿਲਾਂ ਵੀ ਪੜ੍ਹਿਆ, ਠੀਕ ਹੈ। ਉੱਪਰ ਇੱਕ ਪ੍ਰਸ਼ਨ ਸੀ ਥੋੜਾ ਮੋਲਡ ਕਰਕੇ ਦਿੱਤਾ ਹੋਇਆ ਸੀ ਕਿ ਜਿਹੜਾ ਅੰਗਰੇਜ਼ਾਂ ਦਾ ਜਿਹੜਾ ਪੂਰਨ ਰੂਪ ਵਿੱਚ ਭਾਰਤ ਦੇ ਉੱਪਰ ਅਧਿਕਾਰ ਕਿਹੜੇ ਯੁੱਧ ਤੋਂ ਬਾਅਦ ਹੋਇਆ, ਤਾਂ ਉਹੀ ਆਪਾਂ ਇਹਦੇ ਵਿੱਚ ਇਹਦਾ ਰਾਈਟ ਆਨਸਰ ਮੰਨਾਂਗੇ। ਤਾਂ ਏ ਤੇ ਆਪਣੇ ਕੋਲੇ ਆਪਸ਼ਨ ਪਲਾਸੀ, ਬੀ ਤੇ ਬਕਸਰ, ਸੀ ਤੇ ਪਾਣੀਪਤ ਦਾ ਯੁੱਧ, ਡੀ ਤੇ ਹਲਦੀ ਘਾਟੀ ਦਾ ਯੁੱਧ। ਤਾਂ ਰਾਈਟ ਆਪਣੇ ਕੋਲੇ ਜਿਹੜੀ ਆਪਸ਼ਨ ਆ ਉਹ ਬੀ ਹੋ ਜਾਏਗੀ, ਬਕਸਰ ਦਾ ਜਿਹੜਾ ਯੁੱਧ, ਠੀਕ ਹੈ। ਇਸ ਤੋਂ ਬਾਅਦ ਕੀ ਜਿਹੜੇ ਅੰਗਰੇਜ਼ ਸੀ ਇਹਨਾਂ ਦੀ ਕੀ ਮੰਨੀ ਜਾਂਦੀ ਹੈ, ਨਿਰਣਾਇਕ ਸਫਲਤਾ ਮੰਨੀ ਜਾਂਦੀ ਹੈ। ਅੱਗੇ ਵਿਦਿਆਰਥੀ ਸਾਥੀਓ ਆਪਣੇ ਕੋਲੇ ਬਕਸਰ ਦੇ ਯੁੱਧ ਸਮੇਂ ਬੰਗਾਲ ਦਾ ਨਵਾਬ ਕੌਣ ਸੀ, ਠੀਕ ਹੈ। ਬਕਸਰ ਦੇ ਯੁੱਧ ਸਮੇਂ ਬੰਗਾਲ ਦਾ ਜਿਹੜਾ ਨਵਾਬ ਕੌਣ ਸੀ, ਤਾਂ ਆਪਣੇ ਕੋਲੇ ਆਪਸ਼ਨਾਂ ਨੇ ਵਿਦਿਆਰਥੀ ਸਾਥੀਓ, ਏ ਤੇ ਸਿਰਾਜੁद्दौला, ਬੀ ਤੇ ਮੀਰ ਕਾਸਮ, ਸੀ ਤੇ ਨਿਜ਼ਾਮੁद्दौला, ਡੀ ਤੇ ਮੀਰ ਜਾਫਰ। ਤਾਂ ਰਾਈਟ ਆਨਸਰ ਜਿਹੜਾ ਹੋ ਜਾਏਗਾ ਮੀਰ ਜਾਫਰ, ਠੀਕ ਹੈ। ਹੁਣ ਥੋੜੀ ਜਿਹੀ ਕਹਾਣੀ ਆਪਾਂ ਦੱਸ ਦਈਏ ਇਹਦੀ ਕੀ ਸੀ। ਮੀਰ ਜਾਫਰ ਕੀ ਹੈ 1757 ਤੋਂ ਲੈ ਕੇ 1760 ਤੱਕ ਰਹਿੰਦਾ, ਠੀਕ ਹੈ। ਉਸ ਤੋਂ ਬਾਅਦ ਕੀ ਹੁੰਦਾ 1760 ਤੋਂ ਲੈ ਕੇ 63 ਤੱਕ ਮੀਰ ਕਾਸਮ ਨੂੰ ਜਿਹੜਾ ਨਵਾਬ ਨਿਯੁਕਤ ਕਰ ਦਿੱਤਾ ਜਾਂਦਾ, ਠੀਕ ਹੈ। ਤਾਂ ਫਿਰ ਅੰਗਰੇਜ਼ਾਂ ਦੇ ਦੁਆਰਾ 1763 ਈਸਵੀ ਦੇ ਵਿੱਚ ਮੀਰ ਕਾਸਮ ਨੂੰ ਲਿਆਂਦਾ। ਤਾਂ 1763 ਤੋਂ ਲੈ ਕੇ, ਠੀਕ ਹੈ, ਮੀਰ ਜਾਫਰ ਨੂੰ ਲਿਆਂਦਾ ਜਾਂਦਾ। ਮੀਰ ਕਾਸਮ ਸੀ ਜਿਹੜਾ 1760 ਤੋਂ 63 ਤੱਕ ਸੀ। 1763 ਤੋਂ ਲੈ ਕੇ 1765 ਤੱਕ ਜਿਹੜਾ ਮੀਰ ਜਾਫਰ ਫਿਰ ਰਹਿੰਦਾ, ਠੀਕ ਹੈ। ਹੁਣ ਮੈਂ ਗੱਲ ਕਰਦਾ ਬਕਸਰ ਦਾ ਯੁੱਧ, ਉਹ ਹੋਇਆ ਸੀ 1764। ਤਾਂ ਆਪਾਂ ਕਹਿ ਸਕਦੇ ਹਾਂ ਨਾ ਕਿ ਬੰਗਾਲ ਦਾ ਜਿਹੜਾ ਨਵਾਬ ਹੈ ਕੌਣ ਰਿਹਾ ਹੋਣਾ, ਤਾਂ ਮੀਰ ਜਾਫਰ, ਕਿਉਂਕਿ 63 ਤੋਂ ਲੈ ਕੇ 65 ਤੱਕ ਉਹੀ ਨਵਾਬ ਸੀ। ਹੁਣ ਜਦੋਂ ਇਹਦੀ ਮੌਤ ਹੁੰਦੀ ਮੀਰ ਜਾਫਰ ਦੀ, ਤਾਂ ਚੱਕ ਕੇ ਇਹਦਾ ਪੁੱਤਰ ਹੈ ਜਿਹੜਾ ਆ ਆਪਣੇ ਕੋਲੇ ਸੀ ਤੇ ਆਪਸ਼ਨ ਪਈ ਹੈ ਨਿਜ਼ਾਮੁद्दौला, ਤਾਂ ਇਹਨੂੰ ਕੀ ਹੈ ਬੰਗਾਲ ਦਾ ਜਿਹੜਾ ਨਵਾਬ ਲਾ ਦਿੱਤਾ ਜਾਂਦਾ। ਤਾਂ ਅੱਗੇ ਵਿਦਿਆਰਥੀ ਸਾਥੀਓ ਆਪਣੇ ਕੋਲੇ ਅੱਜ ਦਾ 27 ਨੰਬਰ ਪ੍ਰਸ਼ਨ ਹੈ, 1765 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਨੂੰ ਬੰਗਾਲ ਦੀ ਦੀਵਾਨੀ ਕਿਸ ਨੇ ਪ੍ਰਦਾਨ ਕੀਤੀ ਸੀ, ਠੀਕ ਹੈ। ਤਾਂ ਏ ਤੇ ਆਪਣੇ ਕੋਲੇ ਆਪਸ਼ਨ ਬੰਗਾਲ ਦੇ ਨਵਾਬ, ਬੀ ਤੇ ਮੁਗਲ ਸਮਰਾਟ, ਸੀ ਤੇ ਇੰਗਲੈਂਡ ਦੇ ਸ਼ਾਸਕ, ਤੇ ਡੀ ਤੇ ਔਰੰਗਜ਼ੇਬ। ਦੇਖੋ ਔਰੰਗਜ਼ੇਬ ਤਾਂ ਪਹਿਲਾਂ ਹੀ 1707 ਈਸਵੀ ਦੇ ਵਿੱਚ ਹੀ ਚੱਲ ਵਸਿਆ, ਇਹ ਆਪਸ਼ਨ ਜਿਹੜੀ ਆਪਣੀ ਗਲਤ ਹੋ ਜਾਏਗੀ, ਠੀਕ ਹੈ। ਤਾਂ ਜਦੋਂ ਤੁਹਾਨੂੰ ਆਪਸ਼ਨਾਂ ਵਿਦਿਆਰਥੀ ਸਾਥੀਓ ਕੱਟਣੀਆਂ ਆ ਗਈਆਂ ਨਾ, ਮਤਲਬ ਚਾਰ ਆਪਸ਼ਨਾਂ ਦੋ ਤੁਹਾਨੂੰ ਪਤਾ ਲੱਗ ਗਈਆਂ ਕਿ ਆਹ ਦੋ ਤਾਂ ਹੈਗੀਆਂ ਨੇ ਗਲਤ, ਠੀਕ ਹੈ। ਤਾਂ ਉਸ ਤੋਂ ਬਾਅਦ ਜਿਹੜੀਆਂ ਦੋ ਰਹਿ ਗਈਆਂ, ਮੇਰੇ ਖਿਆਲ ਦੇ ਨਾਲ ਤੁਸੀਂ ਅੰਦਾਜ਼ਾ ਲਾ ਕੇ ਜ਼ਰੂਰ ਦੱਸ ਸਕਦੇ ਹੋ ਰਾਈਟ ਆਨਸਰ ਦੋਵਾਂ ਦੇ ਵਿੱਚੋਂ ਕੀ ਬਣਦਾ। ਹੁਣ ਦੇਖੋ ਆਪਾਂ ਇਸ ਕੁਐਸਚਨ ਤੇ ਆਪਾਂ ਆਪਣੀ ਇੱਕ ਪ੍ਰੈਕਟੀਕਲੀ ਜਿਹੜੀ ਥਿਊਰੀ ਲੈ ਕੇ ਆਉਣੇ ਆ, ਤਾਂ ਉਹਦੇ 'ਚ ਕੀ ਹੈ ਡੀ ਆਪਸ਼ਨ ਆਪਾਂ ਨੂੰ ਪਤਾ ਔਰੰਗਜ਼ੇਬ ਜਿਹੜਾ ਸੀਗਾ 1707 ਦੇ ਵਿੱਚ ਚਲਾ ਜਾਂਦਾ। ਹੁਣ ਗੱਲ ਉਹਨਾਂ ਨੇ 1765 ਦੀ ਕੀਤੀ ਹੈ, ਠੀਕ ਹੈ। ਤਾਂ ਇੱਥੇ ਗਾ ਹੁਣ ਬੰਗਾਲ ਦੀ ਦੀਵਾਨੀ ਕਿਸ ਨੇ ਪ੍ਰਦਾਨ ਕੀਤੀ, ਇੰਗਲੈਂਡ ਦੇ ਸ਼ਾਸਕ ਤਾਂ ਕਰ ਹੀ ਨਹੀਂ ਸਕਦੇ, ਕਿਉਂਕਿ ਅੰਗਰੇਜ਼ਾਂ ਨੇ, ਇੰਗਲੈਂਡ ਦੇ ਸ਼ਾਸਕਾਂ ਨੇ ਤਾਂ ਇੱਧਰ ਆਉਣਾ ਸੀ, ਤਾਂ ਉਧਰੋਂ ਕਿਵੇਂ ਦੀਵਾਨੀ ਜਿਹੜੀ ਪ੍ਰਦਾਨ ਕਰ ਦੇਣਗੇ, ਠੀਕ ਹੈ। ਈਸਟ ਇੰਡੀਆ ਕੰਪਨੀ ਨਹੀਂ ਕਰ ਸਕਦੇ, ਇਸ ਕਰਕੇ ਸੀ ਵੀ ਜਿਹੜਾ ਆਪਸ਼ਨ ਜਿਹੜਾ ਆਪਣੇ ਕੋਲੇ ਉਹ ਕੀ ਹੈ ਗਲਤ ਹੋ ਜਾਏਗਾ। ਤਾਂ ਹੁਣ ਦੇਖੋ ਆਪਣੇ ਕੋਲੇ ਰਹਿ ਗਿਆ ਬੰਗਾਲ ਦਾ ਨਵਾਬ ਜਾਂ ਮੁਗਲ ਸਮਰਾਟ। ਤਾਂ ਆਪਣੇ ਕੋਲੇ ਇੱਥੇ ਕੀ ਹੈ ਰਾਈਟ ਆਪਸ਼ਨ ਜਿਹੜੀ ਸਹੀ ਹੋ ਜਾਏਗੀ ਮੁਗਲ ਸਮਰਾਟ, ਠੀਕ ਹੈ। ਮੁਗਲ ਸਮਰਾਟ ਸੀਗਾ ਸ਼ਾਹ ਆਲਮ ਜਿਹੜਾ ਦੂਜਾ, ਉਹਨੇ ਕੀ ਕੀਤਾ ਸੀਗਾ ਬੰਗਾਲ ਦੀ ਦੀਵਾਨੀ ਕਹਿ ਦਿੱਤਾ ਸੀ ਕਿ ਬੰਗਾਲ ਦੇ ਜਿਹੜੇ ਟੈਕਸ ਨੇ ਹੁਣ ਜਿਹੜੇ ਨੇ ਅੰਗਰੇਜ਼ ਕੀ ਨੇ ਵਸੂਲ ਸਕਦੇ ਹਨ। ਤਾਂ ਅੱਗੇ ਹੈ ਅੱਜ ਦਾ ਵਿਦਿਆਰਥੀ ਸਾਥੀਓ ਸਾਡੇ ਕੋਲੇ ਲਾਸਟ ਪ੍ਰਸ਼ਨ ਜੋ ਹੋਣ ਵਾਲਾ ਹੈ ਕਿ ਇਲਾਹਾਬਾਦ ਸੰਧੀ ਤੋਂ ਬਾਅਦ ਲਾਰਡ ਕਲਾਈਵ ਨੇ ਮੁਰਸ਼ਿਦਾਬਾਦ ਦਾ ਉਪ ਦੀਵਾਨ ਕਿਸ ਨੂੰ ਬਣਾਇਆ ਸੀ। ਇਲਾਹਾਬਾਦ ਦੀ ਸੰਧੀ ਤੋਂ ਬਾਅਦ ਜਿਹੜਾ ਲਾਰਡ ਕਲਾਈਵ ਹੈ ਉਹ ਕੀ ਕਰਦਾ, ਮੁਰਸ਼ਿਦਾਬਾਦ ਦਾ ਇੱਕ ਉਪ ਦੀਵਾਨ ਨਿਯੁਕਤ ਕਰ ਦਿੰਦਾ। ਕਿਹਨੂੰ ਕਰਦਾ, ਇਹ ਤੇ ਆਪਣੇ ਕੋਲੇ ਆਪਸ਼ਨ ਮੁਹੰਮਦ ਰਜ਼ਾ ਖਾਨ, ਬੀ ਤੇ ਹੈ ਸਿਤਾਬ ਰਾਏ, ਸੀ ਤੇ ਹੈ ਰਾਏ ਦੁਰਲਭ, ਤੇ ਡੀ ਤੇ ਹੈ ਸੈयद ਗੁਲਾਮ ਹੁਸੈਨ। ਤਾਂ ਇਹ ਆਪਸ਼ਨ ਜਿਹੜੀ ਆ ਸਹੀ ਹੋਣ ਵਾਲੀ ਹੈ ਮੁਹੰਮਦ ਰਜ਼ਾ ਖਾਨ। ਸੋ ਵਿਦਿਆਰਥੀ ਸਾਥੀਓ
ਇਹ ਸੀ ਸਾਡਾ ਅੱਜ ਦਾ ਟੌਪਿਕ ਬੰਗਾਲ ਅਤੇ ਮੈਸੂਰ ਦੇ ਬਾਰੇ। ਆਪਾਂ ਕੱਲ ਲੈਕਚਰ ਜਿਹੜਾ 5ਵਾਂ ਲੈ ਕੇ ਆਵਾਂਗੇ। ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗਦੀ ਹੈ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਔਰ ਤੁਹਾਡੇ ਸਾਥੀ ਜੋ ਕਿ ਮਾਸਟਰ ਕੈਡਰ ਜਾਂ ਹਿਸਟਰੀ ਲੈਕਚਰਰ ਜਾਂ ਮਾਸਟਰ ਕੈਡਰ SST ETT NTT ਜਾਂ PSSS ਬੋਰਡ ਦੇ ਅਧੀਨ ਨਿਕਲੀਆਂ ਹੋਈਆਂ ਵੱਖ-ਵੱਖ ਕਲੈਰੀਕਲ ਪੋਸਟਾਂ ਜਾਂ ਕੋਈ ਹੋਰ ਪੰਜਾਬ ਦੇ ਗਵਰਨਮੈਂਟ ਦੀ ਤਰਫੋਂ ਨਿਕਲੀਆਂ ਹੋਈਆਂ ਜਿਹੜੀਆਂ ਅਸਾਮੀਆਂ ਨੇ, ਜੇਕਰ ਉਹਨਾਂ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵੀਡੀਓ ਕੀ ਹੈ ਤੁਹਾਡੇ ਲਈ ਬਹੁਤ ਲਾਭਦਾਇਕ ਸਿੱਧ ਹੋਣ ਵਾਲੀ ਹੈ। ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ। ਸੋ ਵਿਦਿਆਰਥੀ ਸਾਥੀਓ, ਕੁੱਬਾ ਲਰਨੋਲੋਜੀ ਫ੍ਰੀ ਐਜੂਕੇਸ਼ਨਲ ਚੈਨਲ ਵਿੱਚ ਆਉਣ ਲਈ ਤੁਹਾਡਾ ਸਭ ਦਾ ਧੰਨਵਾਦ।